ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਬਲਜਿੰਦਰ ਕੌਰ ਵੱਲੋਂ ਸਾਰਿਆਂ ਨੂੰ ਹੀ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ। ਹਮੇਸ਼ਾ ਹੀ ਮੇਰੀ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਵੱਖ-ਵੱਖ ਦੁਨੀਆ ਦੇ ਕੋਨਿਆਂ 'ਚ ਲੈ ਕੇ ਚੱਲੀਏ ਤੇ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲ ਕਰਾਈਏ। ਸੋ ਅੱਜ ਅਸੀਂ ਤੁਹਾਨੂੰ ਆਲ ਦਾ ਵੇ ਲਾਸ ਐਂਜਲਸ USA ਦੇ ਵਿੱਚ ਲੈ ਕੇ ਗਏ ਆ, ਜਿੱਥੇ ਸਾਡੇ ਨਾਲ ਅੱਜ 4 ਜੁਲਾਈ ਦੇ ਲਈ ਗੱਲਬਾਤ ਕਰਨ ਦੇ ਲਈ ਖਾਸ ਤੌਰ ਤੇ ਡਾਕਟਰ ਅਮਰਤ ਸਿੰਘ, ਜੋ ਕਿ ਹਾਰਟ ਸਪੈਸ਼ਲਿਸਟ ਨੇ। ਸੋ 1970 ਦੇ ਵਿੱਚ ਇਹਨਾਂ ਨੇ ਆਪਣੀ ਡਾਕਟਰ ਦੀ ਪੜ੍ਹਾਈ ਜਿਹੜੀ ਡਾਕਟਰੀ ਦੀ ਪੜ੍ਹਾਈ ਪੂਰੀ ਕਰਕੇ ਸੋ ਪੰਜਾਬ ਦੀ ਧਰਤੀ ਤੋਂ USA ਦੇ ਵਿੱਚ 1971 ਦੇ ਵਿੱਚ ਆਏ ਸੀ। ਸੋ ਆਪਣਾ 49 ਇਅਰਸ ਦਾ 49 ਸਾਲਾਂ ਦਾ ਆਪਣਾ ਜਿਹੜਾ ਸਫ਼ਰ ਹੈ ਇਹਨਾਂ ਨੇ USA ਦੇ ਵਿੱਚ ਪੂਰਾ ਕੀਤਾ। ਸੋ ਮੇਰੇ ਨਾਲ ਨੇ ਡਾਕਟਰ ਅਮਰਤ ਸਿੰਘ ਜੀ। ਸੋ ਆਓ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ। ਸੋ ਡਾਕਟਰ ਅਮਰਤ ਜੀ ਸਤਿ ਸ਼੍ਰੀ ਅਕਾਲ ਜੀ ਤੇ ਜੀ ਆਇਆਂ ਨੂੰ ਤੁਹਾਨੂੰ ਸਾਂਝਾ ਟੀਵੀ ਤੇ। ਹਾਂਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਡਾਕਟਰ ਅਮਰਤ ਜੀ ਤੁਸੀਂ 49 ਇਅਰਸ ਤੋਂ USA ਦੀ ਧਰਤੀ ਤੇ ਹੋ, ਔਰ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ USA ਦੀ ਧਰਤੀ ਦਾ ਤੁਹਾਡਾ ਸਫ਼ਰ ਕਿਵੇਂ ਜਾ ਰਿਹਾ। ਸੋ ਬਹੁਤ ਵਰੇ ਪਹਿਲਾਂ ਤੁਸੀਂ ਇੱਥੇ ਆ ਗਏ ਸੀ। ਸੋ ਪਹਿਲਾਂ ਤੇ ਸਾਨੂੰ ਥੋੜਾ ਜਿਹਾ ਆਪਣੇ ਬਾਰੇ ਤੇ USA ਦੇ ਸਫ਼ਰ ਬਾਰੇ ਦੱਸੋ ਜੀ। ਦੇਖੋ ਜੀ, we had a hard struggle when we were in India ਤੇ ਮੇਰੀ ਇੱਛਾ ਸੀਗੀ ਵੀ ਅਮਰੀਕਾ ਜਾ ਕੇ to develop more resources to help the Sikhism and the Sikh community. That was my main aim. Otherwise ਥੋੜਾ ਵਾਲਾ ਕੰਮ ਤਾਂ ਇੰਡੀਆ 'ਚ ਵੀ ਮਿਲ ਸਕਦਾ ਹੈ, ਪਰ ਉਦੋਂ ਇੰਨੀ ਪ੍ਰੈਕਟਿਸ ਦੀ ਪੋਸੀਬਿਲਿਟੀ ਨਹੀਂ ਸੀਗੀ ਮੈਂ ਇੰਡੀਆ ਦੇ ਵਿੱਚ। ਹੁਣ ਤਾਂ ਬਹੁਤ ਪ੍ਰੈਕਟਿਸ ਪੋਸੀਬਿਲਿਟੀ ਹੈਗੀ ਹੈ। ਸੋ ਫਿਰ ਮੈਂ ਆਪ ਹੀ ਇੱਥੇ ਅਪਲਾਈ ਕੀਤਾ ਤੇ ਫਿਰ ਮੈਨੂੰ ਪਹਿਲਾਂ 1 ਸਾਲ ਮੈਂ 1971 'ਚ ਪਿਟਸਬਰਗ ਆਇਆ ਸੀਗਾ, ਉੱਥੇ ਇੰਟਰਨਸ਼ਿਪ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਲੌਂਗ ਬੀਚ ਆ ਗਿਆ ਸੀ 1972 ਦੇ ਵਿੱਚ। ਸੋ ਬਸ ਉਸ ਤੋਂ ਬਾਅਦ ਫਿਰ ਮੈਂ 1972 ਤੋਂ ਬਾਅਦ 49 ਸਾਲ ਜਾਂ 40 ਸਾਲ ਇੱਥੇ ਹੀ ਹੈਗਾ ਜੀ। ਤੇ ਜਦੋਂ ਅਸੀਂ ਮੈਂ ਹਾਰਟ ਸਪੈਸ਼ਲਿਸਟ ਹੈਗਾ, ਇੰਟਰਵੈਨਸ਼ਨਲ ਕਾਰਡੀਓਲੋਜਿਸਟ ਹੈਗਾ ਤੇ ਮੈਂ ਜਿਹੜੇ ਦੂਸਰੇ ਡਾਕਟਰਸ ਹੈਗੇ ਨੇ ਉਹਨਾਂ ਨੂੰ ਐਡਵਾਈਸ ਕਰਦਾ। ਉਹ ਫਿਰ ਸਾਡੇ ਪ੍ਰਾਇਮਰੀ ਪੇਸ਼ੈਂਟ ਨਹੀਂ ਹੁੰਦੇ, ਅਸੀਂ ਉਹਨਾਂ ਨੂੰ ਐਡਵਾਈਸ ਕਰਦੇ ਹਾਂ ਕੀ ਕਰਨਾ ਹੈ ਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਡਾਕਟਰ ਸਾਹਿਬ USA ਦੀ ਧਰਤੀ ਦੀ, ਤੇ ਤੁਸੀਂ ਆਪਣੀ ਡਾਕਟਰੀ ਦੀ ਪੜ੍ਹਾਈ ਤੁਸੀਂ ਪੰਜਾਬ ਦੇ ਵਿੱਚ ਇੰਡੀਆ 'ਚ ਪੂਰੀ ਕੀਤੀ ਸੀ ਤੇ ਤੁਸੀਂ ਆਪਣੇ ਬ੍ਰਾਈਟ ਫਿਊਚਰ ਦੇ ਲਈ ਤੁਸੀਂ ਇੱਥੇ USA ਦੀ ਧਰਤੀ ਤੇ ਆ ਗਏ ਸੀ। ਉਹਨਾਂ ਦਿਨਾਂ ਦੇ ਵਿੱਚ ਕਿੰਨਾ ਕੁ ਔਖਾ ਸੀ ਇਹਨਾਂ ਕੰਟਰੀਆਂ 'ਚ ਆ ਕੇ ਆਪਣੇ ਆਪ ਨੂੰ ਸਥਾਪਿਤ ਕਰਨਾ, ਆਪਣੇ ਆਪ ਦੇ ਲਈ ਸਾਰਾ ਕੁਝ ਸੈੱਟ ਕਰਨਾ, ਕਿਉਂਕਿ ਅਸੀਂ ਨਵੇਂ ਹੁੰਨੇ ਆ ਕਿਸੇ ਮੁਲਕ ਦੇ ਵਿੱਚ। ਸੋ ਕਿੰਨਾ ਕਿ ਤੁਹਾਨੂੰ ਔਖਾ ਲੱਗਾ ਸੀ, ਕਿੰਨੀਆਂ ਕੁ ਤੁਹਾਨੂੰ ਮੁਸ਼ਕਲਾਂ ਆਈਆਂ ਸੀ? ਉਦੋਂ ਬਹੁਤ ਸੌਖਾ ਸੀਗਾ ਜੀ। ਉੱਥੇ ਮੈਨੂੰ ਬੈਠੇ ਨੂੰ ਹੀ ਇੰਡੀਆ ਦੇ ਵਿੱਚ ਅਪਲਾਈ ਕਰਕੇ ਜੌਬ ਮਿਲ ਗਈ ਸੀ ਤੇ ਨਾਲੇ ਫਿਰ ਇੱਥੋਂ ਹੀ ਮੈਨੂੰ ਉਹਨਾਂ ਨੇ ਟਿਕਟ ਵੀ ਭੇਜਤੀ ਸੀ। ਔਰ ਹੁਣ ਅੱਜ ਕੱਲ੍ਹ ਬਹੁਤ ਔਖਾ ਹੈਗਾ, ਚਾਹੇ ਆਪਣੀ ਕਮਿਊਨਿਟੀ ਵੱਧ ਗਈ ਹੈ, ਸਿੱਖ ਕਮਿਊਨਿਟੀ ਵੱਧ ਗਈ ਹੈਗੀ ਹੈ, ਪਰ ਆਉਣਾ ਮੁਸ਼ਕਿਲ ਹੈ, ਜੌਬਸ ਮਿਲਣੀਆਂ ਮੁਸ਼ਕਿਲ ਨੇ। ਸੋ ਉਦੋਂ ਤਾਂ ਬੜਾ ਈਜ਼ੀ ਸੀਗਾ ਜੀ। ਤੇ ਤੁਹਾਨੂੰ ਜਦੋਂ ਵੀ ਅਸੀਂ ਮਿਲਦੇ ਆ, ਤੁਹਾਨੂੰ ਯੂਬਾ ਸਿਟੀ ਮਿਲਣ ਦਾ ਮੌਕਾ ਮਿਲਿਆ ਔਰ ਤੁਹਾਡੇ ਖੰਡਾ ਲਾਇਆ ਹੁੰਦਾ ਆ, ਤੁਹਾਡੇ ਸਿੱਖੀ ਪਹਿਰਾਵਾ ਪਾਇਆ ਹੁੰਦਾ, ਦਸਤਾਰ ਸਜਾਈ ਹੁੰਦੀ ਆ। ਸੋ ਕਿੰਨੀਆਂ ਕੁ ਹੋਰ ਜਿਹੜੀਆਂ ਸੋਸ਼ਲ ਕਾਰਜ ਆ ਜਿਨ੍ਹਾਂ ਦੇ ਵਿੱਚ ਤੁਸੀਂ ਹਮੇਸ਼ਾ ਆਪਣਾ ਯੋਗਦਾਨ ਪਾਉਂਦੇ ਆ, ਜਿਵੇਂ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਜਾਂ ਸਿੱਖੀਜ਼ਮ ਦੀ ਗੱਲ ਕਰੀਏ, ਤੇ ਇਹਦੇ ਵਿੱਚ ਤੁਹਾਡਾ ਕਿੰਨਾ ਕੁ ਯੋਗਦਾਨ ਹੈ ਜੀ? ਦੇਖੋ ਜੀ, ਮੈਂ ਇਹ ਕਹਾਂਗਾ ਵੀ ਇੱਕ ਤੁਸੀਂ ਪੁੱਛਿਆ ਸੀ ਕਿੰਨਾ ਔਖਾ ਸੀਗਾ, ਕਿਉਂਕਿ ਸਾਡਾ ਜਿਹੜਾ ਮੀਡੀਅਮ ਸੀਗਾ ਉੱਥੇ ਮੈਡੀਸਨ ਦਾ ਉਹ ਇੰਗਲਿਸ਼ ਸੀਗਾ। ਸੋ ਸਾਨੂੰ ਇੱਥੇ ਆ ਕੇ ਕੋਈ ਪ੍ਰੋਬਲਮ ਨਹੀਂ ਹੋਈ। ਅਸੀਂ ਵੀ ਸਟਾਰਟਡ ਆਵਰ ਮੈਡੀਸਨ ਰਾਈਟ ਅਵੇ, ਕੋਈ ਪ੍ਰੋਬਲਮ ਸਾਨੂੰ। ਜਿਹੜੇ ਦੂਜੇ ਕੰਟਰੀਜ਼ ਤੋਂ ਬੰਦੇ ਆਏ ਸੀਗੇ, ਜਿਵੇਂ ਜਾਪਾਨ ਤੋਂ, ਥਾਈਲੈਂਡ ਤੋਂ, ਕੋਰੀਆ ਤੋਂ, ਉਹਨਾਂ ਨੂੰ 1-2 ਮਹੀਨੇ ਲੱਗ ਗਏ ਸੀ ਟੂ ਗੈਟ ਸਟਾਰਟਡ। ਸੋ ਇੱਕ ਤਾਂ ਮੈਸੇਜ ਦਿਆਂਗਾ ਜਿਹਨੂੰ ਵੀ ਹੈਗਾ, ਜਿੱਥੇ ਵੀ ਹੈਗਾ, ਕਿ ਯੂ ਮਸਟ ਪੇ ਗੁੱਡ ਅਟੈਂਸ਼ਨ ਫॉर ਇੰਗਲਿਸ਼ ਲੈਂਗੁਏਜ। ਸੈਕੰਡ ਥਿੰਗ ਇਜ਼ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਪਣੀ ਪੰਜਾਬੀ ਬੋਲੀ ਨੂੰ ਭੁੱਲ ਜਾਓ। You must understand Punjabi, read and write up to 8th grade or 10th grade, ਕਿਉਂਕਿ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਸਕਦੇ ਹੋ। ਜੇ ਤੁਸੀਂ ਪੰਜਾਬੀ ਨਹੀਂ ਜਾਣਦੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਪੜ੍ਹੋਗੇ? ਸੋ ਇਹ ਬਹੁਤ ਇੰਪੋਰਟੈਂਟ ਹੈਗਾ। ਤੇ ਬਾਕੀ ਇਹ ਹੈ ਵੀ ਆਉਣ ਤੋਂ ਹੀ ਸ਼ੁਰੂ ਤੋਂ ਹੀ ਮੈਂ ਗੁਰਦੁਆਰਿਆਂ ਦੇ ਵਿੱਚ ਇਨਵੋਲਵਡ ਹੈਗਾ ਐਂਡ ਆਈ ਯੂਜ਼ਡ ਟੂ ਬੀ ਦੀ ਯੰਗੈਸਟ ਪਰਸਨ ਜਿਹੜੀ ਵੀ ਮੈਂ ਮੀਟਿੰਗ 'ਚ ਜਾਂਦਾ ਸੀਗਾ। ਤੇ ਬਾਕੀ ਤੁਸੀਂ ਦੇਖਿਆ ਜਿਵੇਂ ਯੂਬਾ ਸਿਟੀ ਸੀਗਾ, ਇਹ ਅਸੀਂ ਸ਼ੁਰੂ ਤੋਂ ਹੀ 1978 ਤੋਂ ਹੀ ਅਸੀਂ ਉੱਥੇ ਜਾਂਦੇ ਰਹੇ। ਜਦੋਂ ਪਰੇਡ ਸ਼ੁਰੂ ਹੋਈ ਹੈ
I was the first person to take buses to university. ਹੁਣ ਤਾਂ ਸਾਰੇ ਤੋਂ ਬੱਸਾਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਅਸੀਂ ਹੁਣ ਤੁਸੀਂ ਪੁੱਛਿਆ ਵੀ ਹੋਰ ਕੀ ਐਕਟੀਵਿਟੀਜ਼ ਨੇ ਸਾਡਾ ਜ਼ਿਆਦਾ ਐਮਫਸਿਸ ਮੇਰਾ ਇਹ ਹੈ ਕਿ ਵੀ ਮਸਟ ਕਮ ਇਨਟੂ ਦੀ ਮੇਨਸਟ੍ਰੀਮ ਮੀਡੀਆ ਜਿਹੜਾ ਕਿ ਇੰਗਲਿਸ਼ ਮੀਡੀਆ ਹੈਗਾ ਅਮਰੀਕਾ ਦੇ ਵਿੱਚ ਉਹਦੇ ਚ ਆਪਾਂ ਨੂੰ ਨਿਊਜ਼ ਵਗੈਰਾ ਡਿਵੈਲਪ ਕਰਨੀ ਚਾਹੀਦੀ ਹੈ ਸਿੱਖਾਂ ਬਾਰੇ ਅਦਰਵਾਈਜ਼ ਕੀ ਹੁੰਦਾ ਹੈ ਅਸੀਂ ਫੰਕਸ਼ਨ ਕਰ ਲੈਂਦੇ ਹਾਂ ਪੰਜਾਬੀ ਅਖਬਾਰਾਂ ਚ ਖਬਰ ਆ ਜਾਂਦੀ ਉਹ ਆਪ ਹੀ ਪੜ੍ਹ ਲੈਂਦੇ ਹਾਂ ਆਪ ਹੀ ਕ੍ਰੀਏਟ ਕਰ ਲੈਂਦੇ ਹਾਂ ਜਿੱਥੇ ਅਸੀਂ ਇੰਪੈਕਟ ਪਾਉਣਾ ਹੈ ਜਿਹੜੇ ਸਾਡੇ ਹੋਸਟ ਕੰਟਰੀ ਹੈ ਉੱਥੇ ਜਿਹੜੇ ਸਾਡੇ ਕੰਪੈਟਰੀਏਟਸ ਨੇ ਉੱਥੇ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਵੀ ਕੀ ਕਰ ਰਹੇ ਨੇ ਸਿੱਖ ਸੋ ਇਸੇ ਤਰ੍ਹਾਂ ਨਾਲ ਜਦੋਂ ਆਪਣਾ ਪਹਿਲਾਂ 1978 ਦੇ ਵਿੱਚ ਅਮਰੀਕਾ ਹੌਸਟੇਜ ਕੀਤਾ ਸੀਗਾ ਉਹਨਾਂ ਨੇ ਈਰਾਨ ਵਾਲਿਆਂ ਨੇ ਬੰਦੇ ਐਮਬੈਸੀ ਦੇ ਵਿੱਚ ਅਰੈਸਟ ਕੀਤੇ ਸੀ at that time I did one page interview on Los Angeles Times ਜਿਹੜਾ ਕਿ ਸਭ ਤੋਂ ਵੱਡਾ ਅਖਬਾਰ ਹੈਗਾ ਇੱਥੇ ਜੀ ਤੇ ਉਸ ਤੋਂ ਬਾਅਦ ਫਿਰ 200 centennial celebration ਤੇ I represented India then I represented Sikhs on CNN for 1 hour in 1984 and 1984 ਤੋਂ ਲੈ ਕੇ 1981 ਤੱਕ ਅਸੀਂ ਬਹੁਤ ਜ਼ਿਆਦਾ ਸਟਰਗਲ ਕੀਤਾ for Sikh cause and I could not go to India until 2001 ਜੀ ਤੇ ਕੀ ਕਾਰਨ ਸੀ ਕਿ ਤੁਸੀਂ ਇੰਡੀਆ ਨਹੀਂ ਜਾ ਸਕੇ ਬਿਕਾਜ਼ ਤੁਸੀਂ ਉਹ ਖੁੱਲ ਕੇ ਇਸ ਸਿਸਟਮ ਦੇ ਬਾਰੇ ਬੋਲਦੇ ਸੀ ਐਂਟੀ ਸਿੱਖ ਸੀਗਾ ਐਟਮੋਸਫੀਅਰ ਇੰਡੀਆ ਚ ਤੇ ਉਹ 에ਅਰਪੋਰਟ ਤੋਂ ਵਾਪਸ ਕਰ ਦਿੰਦੇ ਸੀ ਆਪਣੇ ਕਈ ਪ੍ਰੋਮੀਨੈਂਟ ਬੰਦੇ ਸੀ ਮੈਂ ਨਾਂ ਤਾਂ ਨਹੀਂ ਲੈਣਾ ਉਹਨਾਂ ਨੂੰ 에ਅਰਪੋਰਟ ਤੋਂ ਹੀ ਵਾਪਸ ਕਰਤਾ ਉਹਨਾਂ ਨੂੰ ਅੱਗੇ ਆਪਣੀ ਮਾਦਰ ਨੂੰ ਜਾਂ ਆਪਣੇ ਮੈਰਿਜਸ ਨੂੰ ਅਟੈਂਡ ਕਰਨ ਨਹੀਂ ਜਾਣ ਦਿੱਤਾ ਜੀ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ 49 ਇਅਰਸ ਤੋਂ ਤੁਸੀਂ ਇਸ ਕੰਟਰੀ ਦੇ ਵਿੱਚ ਅਮਰੀਕਾ ਦੇ ਵਿੱਚ ਤੁਸੀਂ ਰਹਿ ਰਹੇ ਹੋ ਐਜ਼ ਅ ਡਾਕਟਰ ਤੁਸੀਂ ਬਹੁਤ ਸਾਰੀਆਂ ਕਮਿਊਨਿਟੀ ਦੀਆਂ ਹੋਰ ਸਾਰੇ ਸਮਾਜਿਕ ਕੰਮਾਂ ਦੇ ਵਿੱਚ ਤੇ ਮੇਨ ਸਟ੍ਰੀਮ ਦੇ ਵਿੱਚ ਅੱਗੇ ਆ ਕੇ ਤੁਸੀਂ ਵੱਧ ਕੇ ਗੱਲ ਕੀਤੀ ਔਰ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਹੁਣ ਜਿਹੜਾ 4th ਜੁਲਾਈ ਆ ਇਸ ਨੂੰ ਬੜੇ ਵੱਡੇ ਲੈਵਲ ਤੇ ਸੈਲੀਬ੍ਰੇਟ ਕੀਤਾ ਜਾਂਦਾ ਸੀ ਪਰ ਐਤਕੀ ਕਰੋਨਾ ਵਾਇਰਸ ਦੇ ਕਰਕੇ ਇਹਦੀਆਂ ਸੈਲੀਬ੍ਰੇਸ਼ਨਸ ਨਹੀਂ ਹੋ ਰਹੀਆਂ ਵੈਸੇ ਵੀ ਹਾਲਾਤ ਬਹੁਤ ਮਾੜੇ ਚੱਲ ਰਹੇ ਨੇ ਕਰੋਨਾ ਵਾਇਰਸ ਦੇ ਕਰਕੇ ਸੋ ਤੁਸੀਂ ਕਿਵੇਂ ਇਸ ਨੂੰ ਇਸ ਬਾਰੇ ਲੈਂਦੇ ਹੋ ਕੀ ਗਾਈਡ ਕਰਦੇ ਹੋ ਕਿਵੇਂ ਤੁਸੀਂ ਇਹਨੂੰ ਸੈਲੀਬ੍ਰੇਟ ਕਰਦੇ ਹੋ ਕੀ ਕਰਨਾ ਚਾਹੀਦਾ ਤੁਹਾਨੂੰ ਕੀ ਲੱਗਦਾ ਜਿਵੇਂ ਤੁਸੀਂ ਕਿਹਾ ਇਸ ਵਾਰੀ ਤਾਂ ਡਿਫਰੈਂਟ ਹੈਗਾ ਵੀ ਆਰ ਲਿਟਲ ਕਨਫਾਈਨਡ ਪਰ ਪਿਛਲੇ ਵਾਰੀ ਅਸੀਂ ਜਿਹੜੀ ਵੀ ਪਰੇਡ ਹੋਈ ਸੀ ਡਿਫਰੈਂਟ ਸਿਟੀਜ਼ ਦੇ ਵਿੱਚ ਉੱਥੇ ਅਸੀਂ ਸਿੱਖ ਡੈਲੀਗੇਸ਼ਨ ਲੈ ਕੇ ਗਏ ਸੀ ਵੀ ਜੁਆਇਨਡ ਦਾ ਸਿੱਖ ਪਰੇਡ ਔਨ ਜੁਲਾਈ 4 and we had a banner which says Sikhs love America ਤੇ ਬਾਕੀ ਇਹ ਇੱਕ ਸਭ ਤੋਂ ਵੱਡਾ ਸਾਡੇ ਲਈ ਗਾਈਡੈਂਸ ਹੈਗਾ ਕਿਉਂਕਿ ਇਹ ਬ੍ਰਿਟਿਸ਼ ਰੂਲ ਸੀ ਜਿਹੜਾ ਇੱਥੇ ਉਸ ਦੀ ਇਹਨਾਂ ਨੇ ਪ੍ਰੋਟੈਸਟ ਕੀਤੀ ਸੀਗੀ 1700 ਦੇ ਵਿੱਚ ਕਿਉਂਕਿ ਇਹਨਾਂ ਟੈਕਸ ਲੈ ਲੈਂਦੇ ਸੀ ਪਰ ਇਹਨਾਂ ਨੂੰ ਰਾਈਟਸ ਕੋਈ ਹੈ ਨਹੀਂ ਸੀਗੇ ਸੋ ਦੈਨ ਪ੍ਰੋਟੈਸਟਡ ਬਟ ਉਹ ਪ੍ਰੋਟੈਸਟ ਨੂੰ ਰਿਸਪੌਂਡ ਕਰਨ ਦੇ ਵਾਸਤੇ ਜਿਸ ਤਰ੍ਹਾਂ ਕਿ ਇੰਡੀਅਨ ਗਵਰਨਮੈਂਟ ਨੇ ਵੀ ਆਪਣੇ ਨਾਲ ਕੀਤਾ ਆਪਣੀਆਂ ਡਿਮਾਂਡਸ ਹੈਗੀਆਂ ਸੀਗੀਆਂ ਉਹਨਾਂ ਨੂੰ ਸੈਪਰੇਟਿਸਟ ਐਕਸ਼ਨ ਕਰਕੇ ਉੱਥੇ ਹਰਮੰਦਰ ਸਾਹਿਬ ਤੇ ਅਟੈਕ ਕਰਤਾ ਇਸੇ ਤਰ੍ਹਾਂ ਨਾਲ ਬ੍ਰਿਟਿਸ਼ ਗਵਰਨਮੈਂਟ ਨੇ ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਸੀਗੀਆਂ ਉਹ ਨਹੀਂ ਮੰਨੀਆਂ ਰਾਦਰ ਇਹਨਾਂ ਤੇ ਹੋਰ ਸੈਂਕਸ਼ਨਸ ਲਾਤੀਆਂ ਤੇ ਜਿਹੜੀ ਬੋਸਟਨ 에ਅਰਪੋਰਟ ਸੀਗੀ ਉਹ ਬੰਦ ਕਰ ਦਿੱਤੀ ਤੇ ਜਦੋਂ ਇਹਨਾਂ ਦੀ ਬੋਸਟਨ 에ਅਰਪੋਰਟ ਬੰਦ ਕਰ ਦਿੱਤੀ ਇਹਨਾਂ ਦਾ ਟ੍ਰੇਡ ਖਤਮ ਹੋ ਗਿਆ ਤੇ ਉਹਨਾਂ ਨੇ ਕਲੋਨੀਜ਼ ਦੇ ਨਾਲ ਟ੍ਰੇਡ ਖਤਮ ਕਰ ਦਿੱਤਾ ਅਬੈਂਡਨ ਕਰ ਦਿੱਤਾ ਸੋ then they started their movement more actively ਤੇ ਫਿਰ ਇਹਨਾਂ ਨੇ ਪ੍ਰੋਟੈਸਟ ਕਰਨ ਵਾਸਤੇ ਏਡ ਵੀ ਲਈ ਫਰਾਂਸ ਤੋਂ ਲਈ ਸਪੇਨ ਤੋਂ ਲਈ ਤੇ ਜੂਨ 76 ਦੇ ਵਿੱਚ ਇਹਨਾਂ ਨੇ ਡਰਾਫਟ ਬਣਾਇਆ ਤੇ ਥਾਮਸ ਜੈਫਰਸਨ ਨੇ ਤੇ ਥਾਮਸ ਜੈਫਰਸਨ ਨੇ ਉਹ ਡਰਾਫਟ ਦਿੱਤਾ ਤੇ ਬੈਂਜਾਮਿਨ ਫਰੈਂਕਲਿਨ ਐਂਡ ਜੌਨ ਐਡਮਸ ਨੇ ਉਸ ਨੂੰ ਰੈਟੀਫਾਈ ਕੀਤਾ ਉਹਦੇ ਵਿੱਚੋਂ ਦੋ ਕਲੌਜ਼ਸ ਕੱਢੀਆਂ ਸੀਗੀਆਂ ਕਿ ਵੀ ਜਿਹੜਾ ਕਿੰਗ ਹੈਗਾ ਤੇ ਬ੍ਰਿਟਨ ਹੈਗਾ ਇਹੀ ਜ਼ਿਆਦਾ ਸਲੇਵਸ ਲਿਆਂਦਾ ਉਹਨਾਂ ਨੇ ਉਹ ਜਿੱਤੇ ਕਿ ਬਾਕੀ ਕਲੋਨੀਜ਼ ਵੀ ਆਬਜੈਕਟ ਕਰਦੀਆਂ ਸੀ ਉਹ ਕਲੌਜ਼ਸ ਕੱਢਤੀਆਂ ਤੇ ਬਾਕੀ ਡੈਕਲੇਰੇਸ਼ਨ ਅਡਾਪਟ ਕਰ ਲਈ ਜੁਲਾਈ 4 1776 ਦੇ ਵਿੱਚ ਤੇ 30 ਕਲੋਨੀਜ਼ ਨੇ ਇੰਡੀਪੈਂਡੈਂਸ ਡੈਕਲੇਰੇਸ਼ਨ ਕਰ ਦਿੱਤੀ ਫਿਲਾਡੈਲਫੀਆ ਚ that is called Hall of Independence in Philadelphia in Pennsylvania ਤੇ ਉੱਥੋਂ ਫਿਰ ਇਹਨਾਂ ਨੇ ਇੰਡੀਪੈਂਡੈਂਸ ਡਿਕਲੇਅਰ ਕਰਤੀ ਦੋ ਫਰਾਂਸ ਐਂਡ ਸਪੇਨ helped them in their struggle but they did not recognize America until 1778 the first person to recognize America was Sultan of Morocco and he immediately recognized and also the Ireland recognized America right away so after
that it started going as an independent country, and France helped them quite a bit, and they gave them a Statue of Liberty as a sign of freedom. ਜੀ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬੀਆਂ ਦੀ ਤੇ ਪੰਜਾਬੀਆਂ ਨੇ ਵੀ ਇਹਦੇ ਵਿੱਚ ਕੋਈ ਯੋਗਦਾਨ ਪਾਇਆ ਆ, ਤੁਸੀਂ ਇਹੋ ਜਿਹੇ ਲੋਕਾਂ ਦੇ ਨਾਂ ਲੈਣੇ ਚਾਹੋਗੇ, ਦੱਸਣਾ ਚਾਹੋਗੇ ਕੁਝ ਪੰਜਾਬੀਆਂ ਦਾ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਕੀ ਕੰਟਰੀਬਿਊਸ਼ਨ ਰਹੀ ਹੈ? ਕਿਸ ਤਰ੍ਹਾਂ ਦੀ ਜੀ, ਕਿਸ ਤਰ੍ਹਾਂ ਦੀ ਕੰਟਰੀਬਿਊਸ਼ਨ ਤੁਸੀਂ ਕਹਿ ਰਹੇ ਹੋ? ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਸ ਜਦੋਂ ਆਜ਼ਾਦ ਹੋਇਆ ਆ ਬ੍ਰਿਟਿਸ਼ ਦੇ ਕੋਲੋਂ ਇਹਨਾਂ ਨੇ ਆਪਣਾ ਜਿਹੜਾ ਮੁਲਕ ਆਜ਼ਾਦ ਕਰਾਇਆ USA ਨੇ, ਸੋ ਉਸ ਵਕਤ ਅੱਜ ਤੋਂ 244 ਇਅਰਸ ਪਹਿਲਾਂ ਦੀ ਜੇ ਗੱਲ ਆ ਕਿ ਉਦੋਂ ਪੰਜਾਬੀ ਵੀ ਸਨ ਇੱਥੇ ਕੋਈ, ਕਿ ਪੰਜਾਬੀਆਂ ਨੂੰ ਉਦੋਂ ਕੋਈ ਨਹੀਂ ਸੀਗਾ ਜੀ ਪੰਜਾਬੀ, ਕਿਉਂਕਿ ਪੰਜਾਬੀਆਂ ਨੂੰ ਤਾਂ ਅਮਰੀਕਾ ਚ ਆਇਆਂ ਨੂੰ 100 ਸਾਲ ਹੋਏ ਨੇ। 100 ਸਾਲ ਤੋਂ ਮੇਰੇ ਖਿਆਲ ਉੱਪਰ ਹੋ ਚੁੱਕੇ, ਕਿਉਂਕਿ ਆਈ ਥਿੰਕ ਜਿਹੜਾ ਸਟਾਕਟਨ ਦਾ ਗੁਰਦੁਆਰਾ ਆ ਉਹ 112 ਸਾਲ ਤੋਂ ਬਣਿਆ ਹੈਗਾ ਜਦੋਂ ਗਦਰੀ ਬਾਬੇ ਆਏ। that is around 120 ਕਹਿ ਲੋ ਜਾਂ 100 ਕਹਿ ਲੋ, ਪਰ ਜਿਹੜੀ ਇੰਡੀਪੈਂਡੈਂਸ ਨਾਲ ਜਿਹੜਾ ਹੁਣ ਸਾਲ ਹੈਗਾ ਇਹ 244 ਸਾਲ ਹੋ ਗਏ ਇਹਨਾਂ ਨੂੰ। ਹਾਂਜੀ 244 ਹੋ ਗਏ, 244 ਇਅਰਸ, ਤੇ ਉਦੋਂ ਕੋਈ ਇੰਡੀਅਨ ਨਹੀਂ ਸੀਗਾ ਇੱਥੇ। ਸੋ ਇਹ ਤਾਂ ਬਾਅਦ ਦੇ ਵਿੱਚ ਆਏ ਨੇ, ਤੇ ਫਿਰ ਪਹਿਲਾਂ ਕੈਨੇਡਾ ਵੀ ਆਏ ਨੇ, ਅਮਰੀਕਾ ਵੀ ਆਏ ਨੇ, ਤੇ ਰੇਲ ਰੋਡਸ ਦੇ ਵਿੱਚ ਕੰਮ ਕਰਦੇ ਸੀ, ਲੰਬਰ ਮਿਲਸ 'ਚ ਕੰਮ ਕਰਦੇ ਸੀ, ਔਰ ਉਹਨਾਂ ਨੇ ਬਹੁਤ ਜ਼ਿਆਦਾ ਤਕਲੀਫਾਂ ਸਹੀਆਂ, ਪਰ ਇੰਡੀਪੈਂਡੈਂਸ 'ਚ ਉਹਨਾਂ ਦਾ ਕੋਈ ਰੋਲ ਨਹੀਂ ਸੀ, ਨਾ ਹੀ ਉਹ ਇੱਥੇ ਹੈਗੇ ਸੀ ਉਦੋਂ। ਜੀ ਤੇ ਜਦੋਂ ਗੱਲ ਕਰਦੇ ਆ ਨਸਲਵਾਦ ਦੀ, ਤੇ ਸਿੱਖਾਂ ਨੂੰ ਕਿਤੇ ਨਾ ਕਿਤੇ ਆਪਣੀ ਆਇਡੈਂਟੀਟੀ ਲੋਕਾਂ ਦੇ ਸਾਹਮਣੇ ਲਿਆਉਣ ਦੇ ਲਈ ਬੜੀਆਂ ਹਾਲੇ ਤੱਕ ਵੀ ਘਾਲਣੀਆਂ ਪੈ ਰਹੀਆਂ ਆ ਇਹਨਾਂ ਲੋਕਾਂ ਨੂੰ ਦੱਸਣ ਦੇ ਲਈ ਕਿ ਅਸੀਂ ਕੌਣ ਆ, ਅਸੀਂ ਸਿੱਖ ਆ, ਕਿਉਂਕਿ ਸਾਡੀ ਦਸਤਾਰ ਜਿਹੜੀ ਬੰਨ੍ਹਦੇ ਹੈਗੇ ਆ, ਸਿੱਖ ਦਸਤਾਰ ਬੰਨ੍ਹਦੇ ਆ, ਤੇ ਜਾਂ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਆ ਦਸਤਾਰ ਥੋੜੀ ਜਿਹੀ ਸਿਮਿਲਰ ਆ, ਪਰ ਕਿਤੇ ਨਾ ਕਿਤੇ ਸਿੱਖਾਂ ਦੀ ਆਇਡੈਂਟੀਟੀ ਹਮੇਸ਼ਾ ਹੀ ਟਾਰਗੇਟ ਹੁੰਦੀ ਆ, ਨਸਲਵਾਦ ਹੁੰਦਾ ਰਿਹਾ ਆ, ਔਰ ਹੁਣ ਤਾਂ ਪਹਿਲਾਂ ਨਾਲੋਂ ਬਹੁਤ ਫਰਕ ਆ। ਸੋ ਤੁਸੀਂ 50 ਸਾਲ ਹੋ ਗਏ ਤੁਹਾਨੂੰ, 49 ਇਅਰਸ ਆਇਆਂ ਨੂੰ ਹੋ ਗਏ, ਤੁਸੀਂ ਦੱਸੋ ਕਿ ਜਦੋਂ ਤੁਸੀਂ ਦਸਤਾਰ ਉਹਨਾਂ ਸਮਿਆਂ ਦੇ ਵਿੱਚ ਲੋਕੀ ਦਸਤਾਰ ਬੰਨ੍ਹਦੇ ਸੀ ਅੱਜ ਤੋਂ 49 ਇਅਰਸ ਸਾਲ ਪਹਿਲਾਂ, ਉਦੋਂ ਕਿੰਨਾ ਕੁ ਤੁਹਾਨੂੰ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਨੂੰ, ਆਇਡੈਂਟੀਟੀ ਸ਼ੋ ਕਰਨ ਨੂੰ ਕਿੰਨਾ ਕੁ ਔਖਾ ਹੁੰਦਾ ਸੀ ਤੁਹਾਨੂੰ ਸਮਾਂ? ਪਹਿਲਾਂ ਜੀ ਪਹਿਲੇ ਈਅਰਸ ਦੇ ਵਿੱਚ ਨਾ 70s ਵਗੈਰਾ ਦੇ ਵਿੱਚ ਕੋਈ ਇੰਨੀ ਡਿਸਕ੍ਰਿਮੀਨੇਸ਼ਨ ਜਾਂ ਹੇਟਡ ਐਕਟੀਵਿਟੀ ਨਹੀਂ ਸੀਗੀ, ਪਰ ਅਸੀਂ ਬਸ ਲੋਕਲ ਲੈਵਲ ਤੇ ਹੀ ਐਜੂਕੇਸ਼ਨ ਕਰਦੇ ਸੀ। ਦੇयर ਵਾਸ ਨੋ ਸਿਸਟਮੈਟਿਕ ਐਜੂਕੇਸ਼ਨ ਅਬਾਊਟ the American diaspora from the Indian diaspora or the Sikh diaspora। ਤੇ ਹੁਣ ਪਿਛਲੇ 10 ਸਾਲਾਂ ਤੋਂ ਜ਼ਿਆਦਾ ਐਕਟੀਵਿਟੀ ਚੱਲੀ ਹੈ ਔਨ ਸੋਸ਼ਲ ਮੀਡੀਆ ਐਂਡ ਅਬਾਊਟ ਆਵਰ ਨੈਸ਼ਨਲ ਆਰਗੇਨਾਈਜੇਸ਼ਨਸ, ਜਿਵੇਂ ਯੂਨਾਈਟਿਡ ਸਿੱਖ ਅਪੀਲ ਹੈ, ਸਿੱਖ ਹੋਰ ਸੈਲਡੈਫ ਹੈ, ਤੇ ਹੁਣ ਕਈ ਜਿਹੜੇ ਲਾ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੂੰ ਕਲਚਰਲ ਸੈਂਸਿਟੀਵਿਟੀ ਐਜੂਕੇਸ਼ਨ ਦਿੱਤੀ ਜਾਂਦੀ ਹੈ। ਇਹਨਾਂ ਨੇ ਸੈਲਡੈਫ ਨੇ ਵੀਡੀਓਜ਼ ਬਣਾਏ ਹੋਏ ਨੇ ਜਿਹੜੇ ਪੁਲਿਸ ਨੂੰ ਉਹ ਦੱਸਦੇ ਨੇ। ਕਈ ਲੋਕਾਂ ਨੂੰ ਪਤਾ ਹੁੰਦਾ, ਜਦੋਂ ਮੈਂ ਗੁਰਦੁਆਰੇ ਹਸਪਤਾਲ ਜਾਣਾ ਤਾਂ ਉਹ ਕਹਿੰਦੇ ਉਹ ਯੂ ਹੈਵ ਏ ਕਿਰਪਾਨ, ਸੋ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਸਿੱਖਾਂ ਨੇ ਕਿਰਪਾਨ ਪਹਿਨਣੀ ਹੈ। ਸੋ ਅਸੀਂ ਵੀ ਮੇਕ ਸ਼ੋਰ ਇਸੇ ਕਰਕੇ ਸਾਰਿਆਂ ਨੂੰ ਕਹਿੰਦੇ ਹੈਗੇ ਆ ਵੀ ਭਾਈ ਆਪਣੀ ਦਸਤਾਰ ਸਜਾ ਕੇ ਰੱਖੋ, ਕਿਉਂਕਿ ਯੂ ਆਰ ਏ ਵਾਕਿੰਗ ਐਂਬੈਸਡਰ ਆਫ ਸਿੱਖਿਜ਼ਮ। ਤੇ ਦੂਸਰਾ ਹੈਗਾ, ਹਾਲੇ ਵੀ ਸਾਡੀ ਜਿਹੜੀ ਮੇਨ ਕੰਸੈਂਟਰੇਸ਼ਨ ਹੈਗੀ ਹੈ ਉਹ ਆਈਸੋਲੇਟਡ ਹੈਗੀ ਹੈ ਗੁਰਦੁਆਰਿਆਂ ਦੇ ਵਿੱਚ। We do not reach out to the public officials or to the elected officials। ਤੇ ਕੁਛ sporadically ਜਾਂ incidentally ਇਲੈਕਸ਼ਨਾਂ ਵੇਲੇ ਥੋੜੀ ਵਾਲੀ ਐਕਟੀਵਿਟੀ ਹੁੰਦੀ ਹੈ, but I make it a very big effort to contact the elected officials and try to involve them in everything। And my suggestion is ਕਿ ਜੇ ਤੁਸੀਂ ਜਦੋਂ ਫੰਕਸ਼ਨ ਕਰਦੇ ਹੋ, ਜਿਵੇਂ ਕੋਈ ਬਰਥਡੇ ਹੈ ਜਾਂ ਤੁਹਾਡੀ ਮੈਰਿਜ ਹੈ ਕਿਸੇ ਫੈਮਿਲੀ ਦੀ, ਤੁਸੀਂ ਹਮੇਸ਼ਾ ਜ਼ਰੂਰ ਤੁਸੀਂ ਇਨਵਾਈਟ ਕਰੋ ਆਪਣੇ ਇਲੈਕਟਡ ਅਫੀਸ਼ੀਅਲਸ ਜਾਂ ਲੋਕਲ ਕਾਂਗਰਸ ਤੇ ਸੈਨੇਟਰਸ ਨੂੰ। ਜੀ ਤੇ ਡਾਕਟਰ ਅਮਰਿਤ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਹੁਣ ਮਹਾਮਾਰੀ ਦੀ ਗੱਲ ਕਰਦੇ ਹਾਂ, ਪੂਰੀ ਦੁਨੀਆ ਦੇ ਵਿੱਚ COVID-19 ਕਰੋਨਾ ਵਾਇਰਸ ਦਾ ਪ੍ਰਕੋਪ ਆ, ਹਰ ਇੱਕ ਮੁਲਕ ਆਪਣੇ ਮੁਲਕ ਦੇ ਨਾਗਰਿਕਾਂ ਦੇ ਕਹਿ ਲਓ ਬਚਾਅ ਦੇ ਵਿੱਚ ਲੱਗਾ ਹੋਇਆ, ਵੈਕਸੀਨ ਹੱਲੇ ਦੀ ਕੋਈ ਬਣੀ ਨੀ ਗੀ। ਸੋ ਅਮਰੀਕਾ ਦੇ ਵਿੱਚ ਵੀ ਹੁਣ ਕੇਸ ਵੱਧ ਰਹੇ ਹੈਗੇ ਆ, ਹਾਲਾਤ ਹੋਰ ਮਾੜੇ ਹੋ ਰਹੇ ਹੈਗੇ ਆ। ਸੋ ਐਜ਼ ਅ ਡਾਕਟਰ ਤੁਸੀਂ ਕੀ ਐਡਵਾਈਸ ਕਰਨਾ ਚਾਹੁੰਦੇ ਹੋ? ਤੁਸੀਂ ਕਿਹੜੀਆਂ ਗਾਈਡਲਾਈਨਸ ਜਾਂ ਤੁਸੀਂ ਕਿਹੜੀਆਂ ਟਿਪਸ ਦੇਣਾ ਚਾਹੁੰਦੇ ਹੋ ਕਿ ਲੋਕੀ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣ, ਇਸ ਬਿਮਾਰੀ ਤੋਂ ਬਚ ਸਕਣ? ਹਾਂਜੀ, ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ। ਇੱਕ ਤਾਂ ਤੁਸੀਂ ਮੈਨੂੰ ਪੁੱਛਿਆ ਸੀ ਵੀ ਆ ਚਿੱਟਾ ਜਿਹਾ ਕੀ ਹੈ ਇਹ। ਇੱਕ ਤਾਂ ਜਦੋਂ
ਪਬਲਿਕ ਦੇ ਵਿੱਚ ਜਾਂਦੇ ਹੈਗੇ ਹੋ ਤਾਂ ਯੂ ਮਸਟ ਵੀਅਰ ਦਾ ਮਾਸਕ ਐਂਡ ਯੂ ਸ਼ੁਡ ਜੀ। ਕੀਪ ਇਟ ਆਨ ਜਦੋਂ ਪਬਲਿਕ 'ਚ ਜਾਂਦੇ ਹੈਗੇ ਹੋ। ਹਾਂਜੀ ਸੋ ਇਹ ਮਾਸਕ ਨੂੰ ਨਾਲ ਰੱਖਣਾ ਹੈ, ਕਿਉਂਕਿ ਜਿਹੜਾ ਹੈ ਜੀ ਇਹ ਵਾਇਰਸ ਕਰੋਨਾ COVID-19 ਇਹਦਾ ਜਿਹੜਾ ਡਾਇਮੀਟਰ ਹੈ ਇਹ 400 ਮਾਈਕਰੋਨਸ ਹੈਗਾ ਤੇ ਜਿਹੜੇ ਡਸਟ ਪਾਰਟੀਕਲਸ ਹੁੰਦੇ ਨੇ ਉਹ 100 ਮਾਈਕਰੋਨਸ ਹੁੰਦੇ ਨੇ। ਜਦੋਂ ਤੁਸੀਂ ਧੁੱਪ ਦੇ ਵਿੱਚ ਕਮਰੇ 'ਚ ਬੈਠੇ ਹੋ, ਧੁੱਪ ਆਉਂਦੀ ਹੈ ਤਾਂ ਤੁਸੀਂ ਉਹ ਡਸਟ ਪਾਰਟੀਕਲਸ ਨੂੰ ਫਲਾਈ ਕਰਦੇ ਦੇਖਦੇ ਹੋ, ਉੱਥੇ ਫਲੋਟ ਕਰਦੇ ਦੇਖਦੇ ਹੋ। ਤੇ ਜਿਹੜਾ ਕਰੋਨਾ ਵਾਇਰਸ ਹੈ ਇਹ ਇਸ ਤਰ੍ਹਾਂ ਨਾਲ ਫਲੋਟ ਨਹੀਂ ਕਰਦਾ ਹੈਗਾ। ਇਹ ਡ੍ਰੌਪਲੇਟ ਇਨਫੈਕਸ਼ਨ ਹੈਗੀ ਹੈ। ਇਟ ਕੈਨ ਓਨਲੀ ਰੀਚ ਅਬਾਊਟ 6 ਫੀਟ ਤੇ ਜੇ ਤੁਸੀਂ 10 ਫੁੱਟ ਦੀ ਦੂਰੀ ਰੱਖੋ that is the best defense that you can do. And second thing is ਆਪਣਾ ਜੇ ਤੁਸੀਂ ਜਨਰਲ ਪਬਲਿਕ 'ਚ ਜਾਂਦੇ ਹੋ ਫਿਰ ਤੁਸੀਂ ਕੱਪੜੇ ਦਾ ਮਾਸਕ ਰੱਖੋ ਤੇ ਉਹਦੇ ਨਾਲ ਤੁਹਾਡੀ ਪ੍ਰੋਟੈਕਸ਼ਨ ਹੋ ਜਾਂਦੀ ਹੈ। ਜੇ ਤੁਸੀਂ ਜਿਵੇਂ ਅਸੀਂ ਪੇਸ਼ੈਂਟਾਂ ਨੂੰ ਦੇਖਦੇ ਹਾਂ ਜਾ ਕੇ ਜਾਂ ਹਸਪਤਾਲ ਜਾਂਦੇ ਹਾਂ ਫਿਰ ਤੁਸੀਂ ਆਪਣਾ ਕੱਪੜੇ ਦਾ ਮਾਸਕ ਥੱਲੇ ਰੱਖੋ, ਉਸ ਤੋਂ ਉੱਪਰ ਤੁਸੀਂ N95 ਮਾਸਕ ਹੈ ਜਿਹੜਾ ਸਰਜੀਕਲ ਮਾਸਕ ਜਾਂ N95 ਉਹ ਪਾ ਲਓ, ਫਿਰ ਉਹ ਖਰਾਬ ਨਹੀਂ ਹੁੰਦਾ ਮੋਇਸਚਰ ਦੇ ਨਾਲ, ਉਹ ਇਟ ਲਾਸਟ ਲੌਂਗਰ। ਤੇ ਦੂਸਰਾ ਹੈਗਾ CDC ਨੇ ਹੁਣ ਰეკਮੈਂਡੇਸ਼ਨਸ ਕੀਤੀਆਂ ਨੇ ਤੇ ਇੱਕ ਜਿਵੇਂ ਸਵਿਮਿੰਗ ਹੈਗੀ ਹੈ ਪਾਣੀ ਦੇ ਵਿੱਚ ਉੱਥੋਂ ਦੀ ਇਨਫੈਕਸ਼ਨ ਨਹੀਂ ਹੁੰਦੀ। ਤੇ ਤੀਸਰਾ ਹੈਗਾ ਕਿ ਲੋਕੀ ਪਹਿਲਾਂ ਬੜੀ ਸੈਨੀਟਾਈਜੇਸ਼ਨ ਕਰਦੇ ਸੀਗੇ ਵੀ ਜੀ ਬਾਹਰੋਂ ਗਰੋਸਰੀ ਲਿਆਉਣੀ ਜਾਂ ਕੋਈ ਬੈਗਸ ਬਾਕਸਿਸ ਲਿਆਉਣੇ, ਉਹਨਾਂ ਨੂੰ ਇੱਕ ਦਿਨ ਰੱਖੋ ਜੀ, ਉਹਨਾਂ ਨੂੰ ਸੈਨੀਟਾਈਜ਼ ਕਰੋ, ਬਟ ਦੈਟ ਹੈਜ਼ ਬੀਨ ਨਾਟ ਰਿਕਮੈਂਡਡ ਐਨੀ ਮੋਰ ਕਿਉਂਕਿ ਜਿਹੜੀਆਂ ਹਾਰਡ ਸਰਫੇਸਿਸ ਹੈਗੀਆਂ ਨੇ ਉੱਥੋਂ ਇਨਫੈਕਸ਼ਨ ਨਹੀਂ ਹੁੰਦੀ। ਇਹ ਸਿਰਫ ਬੋਲਣ ਨਾਲ, ਖੰਘਣ ਨਾਲ ਤੇ ਇਹ ਡ੍ਰੌਪਲੇਟ ਨਾਲ ਇਨਫੈਕਸ਼ਨ ਹੁੰਦੀ ਹੈ ਜੀ। ਤੇ ਜਿਵੇਂ ਅੱਗੇ ਲੋਕੀ ਕਹਿੰਦੇ ਸੀ ਕਿ ਤੁਸੀਂ ਕਿਸੇ ਚੀਜ਼ ਨੂੰ ਕੋਈ ਡੋਰ ਹੈਂਡਲ ਆ ਉਹਨੂੰ ਖੋਲਿਆ ਹੈਗਾ ਆ, ਉਹ ਮੈਂ ਤੁਹਾਨੂੰ ਦੱਸਦਾ ਕਿ ਹਾਰਡ ਸਰਫੇਸ ਤੋਂ ਇਹਦੀ ਇੰਨੀ ਇਨਫੈਕਸ਼ਨ ਨਹੀਂ ਹੁੰਦੀ ਹੈਗੀ। ਸੋ ਜਿਹੜੇ ਲੋਕ ਹੁਣ ਬਾਹਰੋਂ ਟਰੈਵਲ ਕਰਕੇ ਆਉਂਦੇ ਆ, ਕਈ ਲੋਕ ਆਪਣੇ ਆਪ ਨੂੰ ਆਈਸੋਲੇਟ ਨਹੀਂ ਕਰਦੇ, ਇਹਦੇ ਲੱਛਣ ਜਿਹੜੇ ਸਿੰਪਟਮਸ ਆ ਉਹ ਵੀ ਕਾਫੀ ਦਿਨਾਂ ਬਾਅਦ ਸਾਹਮਣੇ ਆਉਂਦੇ ਹੈਗੇ ਆ। ਤੇ ਫਿਰ ਜਿਹੜੇ ਹੁਣ ਘਰ ਦੇ ਵਿੱਚ ਹੈਗੇ ਆ, ਕਿਸੇ ਨੇ ਆਈਸੋਲੇਟ ਕਰ ਵੀ ਲਿਆ 14 ਦਿਨ ਮੰਨ ਲਓ ਕਿਸੇ ਨੇ ਆਪਣੇ ਆਪ ਨੂੰ, ਤੇ ਉਹਨੂੰ 14 ਦਿਨਾਂ ਦੇ ਬਾਅਦ ਵੀ ਕੋਈ ਸਿੰਪਟਮਸ ਨਹੀਂ ਆਏ ਤੇ ਲੇਟਰ ਔਨ ਵੀ ਕੁਝ ਇਹੋ ਜਿਹਾ ਅੱਗੇ ਆ ਸਕਦਾ। ਲੇਟਰ ਔਨ ਜੇ ਉਹਦੀ ਐਕਸਪੋਜ਼ਰ ਹੋ ਗਈ ਦੁਬਾਰਾ ਕਿਸੇ ਦੇ ਨਾਲ ਫੇਰ ਹੋ ਸਕਦਾ, ਅਦਰਵਾਈਜ਼ ਨਹੀਂ ਉਹਨੂੰ ਹੋ ਸਕਦਾ ਜੀ। ਤੇ ਇਹਦੀ ਵੈਕਸੀਨ ਤੇ ਹੱਲੇ ਬਣੀ ਨਹੀਂ ਹੈਗੀ ਤੇ ਲੋਕੀ ਇਹਦੇ ਲਈ ਫਿਕਰਮੰਦ ਹੈਗੇ ਆ, ਬਾਹਰ ਜਾਣ ਤੋਂ ਡਰਦੇ ਹੈਗੇ ਆ। ਪਰ ਹੁਣ ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੀਆਂ ਜਗ੍ਹਾ ਜਿਹੜੀਆਂ ਓਪਨ ਪਬਲਿਕ ਲਈ ਕਰ ਦਿੱਤੀਆਂ ਗਈਆਂ, ਲੋਕਾਂ ਦੀਆਂ ਗੈਦਰਿੰਗਸ ਫੇ ਹੋਣ ਲੱਗ ਪਈਆਂ, ਰਸ਼ ਫੇ ਹੋਣ ਲੱਗ ਪਿਆ। ਐਜ਼ ਅ ਡਾਕਟਰ ਤੁਸੀਂ ਕੀ ਲੋਕਾਂ ਨੂੰ ਐਡਵਾਈਸ ਦੇਣੀ ਚਾਹੋਗੇ? ਜਿਹੜੀਆਂ ਨਾਨ ਐਸੈਂਸ਼ੀਅਲ ਐਕਟੀਵਿਟੀਜ਼ ਨੇ ਜਿਵੇਂ ਬਾਰਸ ਨੇ, ਮੈਂ ਤਾਂ ਜਿਮ ਨੂੰ ਵੀ ਨਾਨ ਐਸੈਂਸ਼ੀਅਲ ਕਹੂੰਗਾ। ਤੁਸੀਂ ਪਾਰਕ 'ਚ ਜਾ ਕੇ ਤੁਰ ਲਓ ਜਾਂ ਐਕਸਰਸਾਈਜ਼ ਕਰ ਲਓ, ਯੂ ਡੋਨਟ ਹੈਵ ਟੂ ਗੋ ਟੂ ਦਾ ਜਿਮ। ਜਾਂ ਬੀਚਸ ਨੇ ਹੈ ਜੀ ਜਿੱਥੇ ਕਿ ਸਵਿਮ ਨਹੀਂ ਕਰਦੇ, ਲੋਕੀ ਬੈਠੇ ਰਹਿੰਦੇ ਨੇ ਰੇਤੇ ਤੇ। Those are the things that are dangerous and they communicate more. But ਬਾਕੀ ਮਾਸਕ ਵਗੈਰਾ ਪਾ ਕੇ ਰੱਖੋ ਤੇ ਕਿਉਂਕਿ ਹੁਣ ਅਮਰੀਕਾ ਦੇ ਵਿੱਚ ਇਹਨਾਂ ਨੇ ਬਾਰਸ ਵਗੈਰਾ ਖੋਲਤੀਆਂ ਸੀ, ਹੋਰ ਰੈਸਟੋਰੈਂਟ ਖੋਲਤੇ ਸੀਗੇ, ਲੋਕੀ ਕਈ ਫਾਲੋ ਨਹੀਂ ਕਰਦੇ ਸੀ। ਇੱਥੇ ਰਿਸਰਚ ਹੋ ਗਿਆ ਜਿਹੜੀ ਇਨਫੈਕਸ਼ਨ ਹੈਗੀ ਹੈ, ਇਟ ਹੈਜ਼ ਅ ਰਿਸਰਚ ਅਗੇਨ। ਸੋ ਹੁਣ ਉਹਨਾਂ ਨੇ ਨਾਨ ਐਸੈਂਸ਼ੀਅਲ ਜਿਵੇਂ ਬਾਰਸ ਨੇ ਜਾਂ ਜਿਮ ਨੇ ਉਹ ਦੁਬਾਰਾ ਬੰਦ ਕਰ ਦਿੱਤੇ ਨੇ ਤੇ ਕਈ ਲੋਕੀ ਲੋਕਡਾਊਨ ਕਰ ਰਹੇ ਨੇ ਦੁਬਾਰਾ ਸੈਕੰਡ ਟਾਈਮ। ਤੇ ਮਾਸਕ ਵੀ ਹੁਣ ਪ੍ਰੈਜ਼ੀਡੈਂਟ ਟਰੰਪ ਵੀ ਮਾਸਕ ਕਹਿੰਦਾ ਰਿਕਮੈਂਡ ਕਰਦਾ ਹੈਗਾ, ਪਹਿਲਾਂ ਨਹੀਂ ਕਰਦਾ ਸੀਗਾ। ਸੋ ਦੈਟ ਇਜ਼ ਅ ਥਿੰਗ। ਤੇ ਦੂਜੀ ਹੈ ਕਿ ਜਿਹੜਾ ਬੰਦਾ ਸੀਰੀਅਸ ਹੈਗਾ, ਜਿਹਨੂੰ ਇੱਕ ਗੱਲ ਇਹ ਹੈ ਵੀ ਫਰਜ਼ ਕਰੋ ਕੋਰੋਨਾ ਵੀ ਹੋ ਜੇ ਹੈ ਜੀ, ਜਦ ਤੱਕ ਤੁਹਾਨੂੰ ਸਾਹ ਨਹੀਂ ਨਾ ਰੁਕਦਾ ਤੁਹਾਡਾ, ਉਦੋਂ ਤੱਕ ਤੁਹਾਨੂੰ ਹਸਪਤਾਲ ਨਹੀਂ ਜਾਣਾ ਚਾਹੀਦਾ। ਜੇ ਇਫ ਯੂ ਕੈਨ ਨਾਟ ਬਰੀਥ then you should go to the hospital, you may need ventilator and ਫਿਰ ਉਹਦੀ ਇੱਕ ਦਵਾਈ ਹੈਗੀ ਹੈ ਡੈਸੀਮੇਵੀਰ ਤੇ ਇੱਕ ਸਟੀਰੋਇਡਸ ਨੇ। ਇਹ 3 ਦਵਾਈਆਂ ਹੈਗੀਆਂ ਨੇ ਤੇ ਵੈਂਟੀਲੇਟਰ, ਡੈਸੀਮੇਵੀਰ ਤੇ ਡੈਕਸਾਮੀਥਾਸੋਨ ਜਿਹੜੇ ਸਟੀਰੋਇਡ ਹੈ, ਇਹ ਸੀਰੀਅਸ ਪੇਸ਼ੈਂਟਸ ਲਈ ਹੈਗੀ ਹੈ ਤੇ ਇਹਦੇ ਨਾਲ ਹੈਲਪ ਹੋ ਤੇ ਇਹਦੇ ਨਾਲ ਰਿਕਵਰੀ ਕਾਫੀ ਹੋ ਜਾਂਦੀ ਹੈ। ਕੁਝ ਪਰਸੈਂਟੇਜ ਲੋਕ ਨੇ ਜਿਹੜੇ ਉਹ ਫਿਰ ਐਂਡ ਕਰ ਜਾਂਦੇ ਨੇ ਸੀਰੀਅਸਲੀ। ਤੇ ਦੂਸਰਾ ਮਾਈਲਡ ਸਿੰਪਟਮਸ ਨੇ, ਉਹਦੀ ਇੱਕ ਦਵਾਈ ਨਿਕਲੀ ਹੈਗੀ ਹੈ ਇੰਡੀਆ ਦੇ ਵਿੱਚ, ਉਹਦਾ ਨਾਮ ਹੈਗਾ ਪਰਮਾਵੀਰ ਸਮਥਿੰਗ ਲਾਈਕ ਦੈਟ, ਮੈਂ ਐਗਜ਼ੈਕਟਲੀ ਨਹੀਂ ਕਹਿ ਰਿਹਾ। ਪਿਛਲੇ ਮਹੀਨੇ ਨਿਕਲੀ ਹੈ, ਹੁਣ ਇੱਥੇ ਅਮਰੀਕਾ 'ਚ ਤਾਂ ਅਵੇਲੇਬਲ ਨਹੀਂ ਹੈਗੀ ਉਹ। ਜਿਹੜੇ ਮਾਈਲਡ ਨੇ ਜਾਂ ਮਾਈਲਡ ਸਿੰਪਟਮਸ ਨੇ ਉਹ ਲੈ ਸਕਦੇ ਨੇ ਤੇ ਉਹ 4 ਦਿਨਾਂ 'ਚ ਠੀਕ ਹੋ ਜਾਂਦੇ ਨੇ ਤੇ 7 ਤੋਂ ਲੈ ਕੇ 10 ਦਿਨਾਂ ਦਾ ਕੋਰਸ ਹੈਗਾ ਉਸਦਾ ਜੀ। ਤੇ ਡਾਕਟਰ ਅਮਰਿਤ ਜੀ, ਜਦੋਂ ਅਸੀਂ ਗੱਲ ਕਰਦੇ ਆ
ਜਿਹੜੀ ਵੈਕਸੀਨ ਹੈਗੀ ਹੈ it is being tested at many places and ਜੀ different companies and this probably will be available at the end of this year or the beginning of next year. ਜੀ ਤੇ ਡਾਕਟਰ ਅਮਰਤ ਜੀ ਤੁਸੀਂ ਹਾਰਟ ਸਪੈਸ਼ਲਿਸਟ ਹੋ ਤੇ ਹਾਂਜੀ ਹਰ ਇੱਕ ਨੂੰ ਆਪਣੀ ਸਿਹਤ ਦਾ ਬੜਾ ਫਿਕਰ ਹੁੰਦਾ ਆ ਸੋ ਹਾਂਜੀ ਤੁਸੀਂ ਲੋਕਾਂ ਨੂੰ ਕੀ ਟਿਪਸ ਦੇਣਾ ਚਾਹੁੰਦੇ ਹੋ ਕਿ ਉਹ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਰੱਖ ਸਕਣ ਤਾਂ ਕਿ ਉਹਨਾਂ ਦਾ ਜੇ ਇਮਿਊਨ ਸਿਸਟਮ ਸਟਰੋਂਗ ਹੋਊਗਾ ਤੇ ਉਹ ਇਸ ਬਿਮਾਰੀ ਨਾਲ ਲੜ ਸਕਦੇ ਹੈਗੇ ਆ ਇਹਦੇ ਤੋਂ ਬਚ ਸਕਦੇ ਹੈਗੇ ਆਪਣੀ ਡਾਈਟ ਨੂੰ ਕਿਸ ਤਰੀਕੇ ਦੇ ਨਾਲ ਲੈਣਾ ਚਾਹੀਦਾ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਖਾਸ ਕਰਕੇ ਇਹ ਮਹਾਮਾਰੀ ਇਹ ਕਰੋਨਾ ਵਾਇਰਸ ਦੇ ਚੱਲਦੇ ਆ ਕਿਉਂਕਿ ਇਹਦੇ ਨਾਲ ਤੁਹਾਡੀ ਐਕਟੀਵਿਟੀ ਕਾਫੀ ਘਟ ਗਈ ਹੈ ਇਸ ਕਰਕੇ ਇੱਕ ਤਾਂ ਤੁਹਾਨੂੰ ਰੋਜ਼ ਘੰਟਾ ਸੈਰ ਕਰਨੀ ਚਾਹੀਦੀ ਹੈ ਜੀ ਐਂਡ ਮੇਕ ਸ਼ੋਰ ਕਿ ਤੁਸੀਂ ਲੋਨਲੀ ਹੈਗੇ ਹੋ ਜਾਂ 10 ਫੁੱਟ ਦੀ ਦੂਰੀ ਰੱਖਦੇ ਹੋ ਪਾਰਕ ਦੇ ਵਿੱਚ ਵਗੈਰਾ ਸੈਰ ਕਰਨੀ ਚਾਹੀਦੀ ਹੈ ਵਿਚ ਇਜ਼ ਅਲਾਉਡ ਬਾਈ ਦੀ ਗਵਰਨਮੈਂਟਸ ਯੂ ਕੈਨ ਡੂ ਐਕਸਰਸਾਈਜ਼ ਤੇ ਸੈਕੰਡ ਹੈਗੀ ਹੈ ਕਿ ਜਿਹੜੀ ਤੁਹਾਡੀ ਕੈਲਰੀ ਕਾਊਂਟ ਹੈਗਾ ਜਾਂ ਫੂਡ ਇਨਟੇਕ ਹੈਗੀ ਹੈ ਉਹ ਅੱਜ ਕੱਲ ਰਿਕੁਆਇਰਮੈਂਟ ਘਟ ਗਈ ਹੈ ਸੋ ਜਿਹੜਾ ਕੁਝ ਵੀ ਤੁਸੀਂ ਪਹਿਲਾਂ ਖਾਂਦੇ ਸੀਗੇ ਉਦੋਂ ਅੱਧਾ ਖਾਣਾ ਚਾਹੀਦਾ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਥੋੜਾ ਹੀ ਖਾਣਾ ਥੋੜਾ ਹੀ ਪੀਣਾ ਠੀਕ ਹੈ ਨਾ ਤੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਅਲਪ ਆਹਾਰ ਸੁਲਪ ਸੁਨਿੰਦਰਾ ਵੀ ਥੋੜਾ ਜਿਹਾ ਖਾਣਾ ਤੇ ਥੋੜਾ ਜਿਹਾ ਸੌਣਾ ਇਹ ਵੀ ਹੈਗਾ ਸਾਰਾ ਦਿਨ ਨਹੀਂ ਸੌਣਾ ਹੈਗਾ ਜ਼ਿਆਦਾ ਐਕਟੀਵਿਟੀ ਰੱਖਣੀ ਹੈਗੀ ਹੈ ਤੇ ਪਰ ਜਿਹੜਾ ਭਾਰ ਹੈ ਤੁਹਾਡਾ ਉਹ ਘੱਟ ਖਾਣ ਨਾਲ ਘਟਦਾ ਹੈ ਇੰਨਾ ਐਕਸਰਸਾਈਜ਼ ਕਰਨ ਨਾਲ ਹੋਰ ਜ਼ਿਆਦਾ ਹੋ ਜਾਂਦਾ ਪਰ ਇੰਨਾ ਨਹੀਂ ਘਟਦਾ ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਈਟ ਨੂੰ ਠੀਕ ਰੱਖੋ ਤੇ ਟਰਾਈ ਟੂ ਅਵੋਇਡ ਸਟਾਰਚਸ ਵਾਈਟ ਸਟਾਰਚ ਸਪੈਸ਼ਲੀ ਰਾਈਸ ਵਗੈਰਾ ਦੀ ਕੋਈ ਲੋੜ ਹੀ ਨਹੀਂ ਹੈਗੀ ਪਤਾ ਨਹੀਂ ਲੋਕੀ ਕਿਉਂ ਖਾਂਦੇ ਨੇ ਇਟਸ ਈਜ਼ੀ ਫੂਡ ਕਿ ਜੀ ਚੱਪੜਾ ਨਹੀਂ ਜ਼ਿਆਦਾ ਪੈਂਦਾ ਈਜ਼ੀਲੀ ਲੰਘ ਜਾਂਦਾ ਤੇ ਸਾਡੇ ਮਾਲਵੇ ਚ ਤਾਂ ਉੱਥੇ ਜੇ ਤੁਹਾਥੋਂ ਰੋਟੀ ਨਾ ਖਾਧੀ ਜਾਵੇ ਫੇਰ ਕਹਿੰਦੇ ਚਲੋ ਚੌਲ ਖਾ ਲਓ ਹੁਣ ਰੋਟੀ ਤਾਂ ਖਾਧੀ ਨਹੀਂ ਜਾਂ ਢਿੱਡ ਖਰਾਬ ਹੋ ਗਿਆ ਸੋ ਤੁਹਾਨੂੰ ਚੌਲਾਂ ਦੀ ਕੋਈ ਵੀ ਲੋੜ ਨਹੀਂ ਹੈ ਦੇयर इज नो नीड ਫॉर ਰਾਈਸ ਐਟ ਆਲ ਹਾਂ ਸੋ ਤੁਹਾਨੂੰ ਹੋਲ ਵੀਟ ਰੋਟੀ ਖਾਣੀ ਚਾਹੀਦੀ ਹੈ ਤੇ ਮਿੱਸੀ ਰੋਟੀ ਖਾਣੀ ਚਾਹੀਦੀ ਹੈ ਕਿਉਂਕਿ ਉਹਦੇ ਚ ਪ੍ਰੋਟੀਨ ਜ਼ਿਆਦਾ ਹੁੰਦੀ ਹੈ ਸਟਾਰਚ ਘੱਟ ਹੁੰਦਾ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ ਹਾਂਜੀ ਤੇ ਬਾਕੀ ਜੇ ਤੁਸੀਂ ਸਿੱਖ ਨਹੀਂ ਹੈਗੇ ਯੂ ਈਟ ਬਾਈ ਮਾਊਥ ਜਿਵੇਂ ਆਪਾਂ ਰੈਗੂਲਰ ਰੋਟੀ ਖਾਂਦੇ ਆ ਤੁਹਾਨੂੰ ਕਿਸੇ ਵਿਟਾਮਿਨ ਦੀ ਲੋੜ ਨਹੀਂ ਹੈਗੀ ਸੋ ਡੋਂਟ ਵੇਸਟ ਯੂਰ ਮਨੀ ਔਨ ਵਿਟਾਮਿਨਸ ਔਰ ਐਨੀ ਸਪਲੀਮੈਂਟਸ ਔਰ ਐਨੀਥਿੰਗ ਲਾਈਕ ਦੈਟ ਜੀ ਸੋ ਥੈਂਕ ਯੂ ਡਾਕਟਰ ਅਮਰਤ ਜੀ ਬਹੁਤ ਵਧੀਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੇ ਜਾਣ ਤੋਂ ਪਹਿਲਾਂ ਮੈਂ ਚਾਹੂੰਗੀ ਕਿ 4th ਜੁਲਾਈ ਲਈ ਕੀ ਕਹਿਣਾ ਚਾਹੁੰਦੇ ਆ ਤੁਸੀਂ ਸਾਡੇ ਦੇਖਣ ਵਾਲੇ ਆਪਣਾ ਨੰਬਰ ਦੇਣਾ ਚਾਹਣਾ ਇਫ ਇਟਸ ਓਕੇ ਵਿਦ ਯੂ ਯਾ ਸ਼ੋਰ ਹਾਂਜੀ ਦੇ ਸਕਦੇ ਆ ਜੀ ਮੇਰਾ ਨੰਬਰ ਹੈਗਾ 5622257784 ਕਿਉਂਕਿ ਮੈਂ 900,000 ਪੀਪਲ ਨੂੰ ਆਨਲਾਈਨ ਫ੍ਰੀ ਹੈਲਪ ਕਰ ਚੁੱਕਿਆ ਸੋ ਕੋਈ ਵੀ ਬੰਦਾ ਹੋਵੇ ਤੁਹਾਡੀ ਫੈਮਿਲੀ ਚ ਤੁਹਾਡੇ ਫਰੈਂਡਸ ਤੁਹਾਡੀ ਕਮਿਊਨਿਟੀ ਦੇ ਵਿੱਚ ਅਬਾਊਟ ਐਨੀ ਡਿਜ਼ੀਜ਼ they can call me or they can send me email at amritsinghmd@gmail.com ਤੇ ਉਹਦਾ ਅਸੀਂ ਉਹਨੂੰ ਪੂਰੀ ਟ੍ਰੀਟਮੈਂਟ ਜਾਂ ਸੈਕੰਡ ਓਪੀਨੀਅਨ ਦੇ ਦਿਆਂਗੇ ਵੀ ਤੂੰ ਕੀ ਕਰਨਾ ਹੈਗਾ ਜੇ ਕੁਝ ਹੋ ਸਕਦਾ ਹੈ ਤਾਂ ਵੀ ਦੱਸ ਦਿਆਂਗੇ ਤੇ ਕਈ ਵਾਰੀ ਕੀ ਹੁੰਦਾ ਜੀ ਬੜੇ ਕਿਉਂਕਿ ਮੇਰੇ ਕਈ ਫਰੈਂਡਸ ਨੇ ਉੱਥੇ ਉਹਨਾਂ ਨੇ 15-20 ਲੱਖ ਰੁਪਇਆ ਲਾ ਕੇ ਆਪਣੇ ਘਰ-ਬਾਰ ਵੇਚਤੇ ਤੇ ਉਹਨਾਂ ਦੇ ਪੇਸ਼ੈਂਟ ਮਰ ਗਏ ਜਦੋਂ ਕਿਸੇ ਐਂਡ ਸਟੇਜ ਆ ਜਾਂਦੀ ਹੈ ਤੁਹਾਨੂੰ ਜ਼ਿਆਦਾ ਖਰਚਾ ਨਹੀਂ ਕਰਨਾ ਚਾਹੀਦਾ ਟ੍ਰੀਟਮੈਂਟ ਦੇ ਉੱਤੇ ਤੇ ਦੂਸਰਾ ਹੈਗਾ ਹੁਣ ਤੁਸੀਂ ਪੁੱਛਿਆ ਸੀ ਜੁਲਾਈ ਬਾਰੇ ਸੋ ਮੈਂ ਤਾਂ ਇਹੀ ਕਹੂੰਗਾ ਕਿ congratulations for July 4 and also your Canada Day before it just passed and we really appreciate the great friendship Canadians are showing to the Sikhs and all that we are very proud of that and you have great leaders in the form of Trudeau and I even know his father long time when he was 2-term Prime Minister of Canada or even more so but I will request ਮੈਂ ਇੱਕ ਪ੍ਰੋਗਰਾਮ ਬਣਾਇਆ ਹੈਗਾ ਮੈਂ ਤੁਹਾਨੂੰ ਭੇਜੂੰਗਾ ਵੀ ਬਾਅਦ ਦੇ ਵਿੱਚ it is called outreach program ਜੀ outreach program ਇਹਦਾ ਮਤਲਬ ਹੈਗਾ ਵੀ ਜੇ ਤੁਹਾਡਾ ਕੋਈ ਨੇਬਰ ਹੈਗਾ ਕੋਈ ਫਰੈਂਡ ਹੈਗਾ ਕੋਈ ਤੁਹਾਡਾ ਬੌਸ ਹੈਗਾ ਜਾਂ ਤੁਹਾਡਾ EMPLOYEE ਹੈ ਸੰਡੇ ਨੂੰ ਉਹਨੂੰ ਗੁਰਦੁਆਰੇ ਲੈ ਕੇ ਜਾਓ ਜੇ ਉਹਨੇ ਇੱਕ ਵਾਰੀ ਲੰਗਰ ਛਕ ਲਿਆ ਨਾ ਤੁਹਾਡੇ ਗੁਰਦੁਆਰੇ ਤਾਂ ਉਹ ਨਹੀਂ ਭੁੱਲਦਾ ਕਦੇ ਚਾਹੇ ਉਹਨੂੰ ਕਿੰਨੀਆਂ ਕਿਤਾਬਾਂ ਪੜ੍ਹਾ ਲਓ ਪਰ ਉਹ ਲੰਗਰ ਨਹੀਂ ਭੁੱਲਦਾ ਹੈਗਾ ਸੋ ਉਹ ਹਮੇਸ਼ਾ ਕਹੂਗਾ ਵੀ ਸਿੱਖ ਬੜੇ ਚੰਗੇ ਹੁੰਦੇ ਤੇ ਸੋ ਤੁਸੀਂ ਜ਼ਰੂਰ ਆਊਟਰੀਚ ਪ੍ਰੋਗਰਾਮ ਕਰੋ ਤੇ ਦੂਸਰੀ ਮੇਰੀ ਬੇਨਤੀ ਹੈਗੀ ਹੈ ਕਾਈਂਡਲੀ ਪਲੀਜ਼ ਆਪਣੇ ਜਿਹੜੇ ਪੈਸੇ ਨੇ ਜਿਹੜੇ ਮਨੀ ਹੈਗਾ ਤੁਸੀਂ ਕੋਰਟਾਂ ਤੇ ਨਾ ਖਰਚ ਕਰੋ ਹਰੇਕ ਗੁਰਦੁਆਰੇ ਦੇ ਵਿੱਚ ਕੇਸ ਚੱਲ ਰਹੇ ਨੇ ਔਰ ਪਤਾ ਨਹੀਂ ਕਾਹਦੇ ਲਈ ਲੜਦੇ ਨੇ ਇੰਨਾ ਵੱਡਾ ਤਾਂ ਜੇ ਕੋਈ ਆਉਣਾ ਚਾਹੁੰਦਾ ਜ਼ੋਰ ਦੇ ਨਾਲ ਉਹਨੂੰ ਇੱਕ ਵਾਰੀ ਬਣ ਦਿਓ ਤੁਸੀਂ ਅਗਲੀ ਵਾਰੀ ਬਣ ਜਿਓ
ਕੋਈ ਫਰਕ ਨਹੀਂ ਪੈਂਦਾ, ਪਰ ਬਾਹਰੋਂ ਵੀ ਸੇਵਾ ਕਰੋ, ਅੰਦਰੋਂ ਵੀ ਸੇਵਾ ਕਰੋ, ਪਰ ਲੜੋ ਨਾ ਸਿੱਖਾਂ ਨਾਲ ਜੀ। ਬਹੁਤ ਵਧੀਆ ਮੈਸੇਜ ਜੀ। ਹਾਂਜੀ ਹਾਂ, ਹਾਂਜੀ, ਥੈਂਕ ਯੂ ਵੈਰੀ ਮਚ ਡਾਕਟਰ ਅਮਰਤ ਜੀ, ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ। ਸੋ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਇਹ ਸਨ ਜੀ ਸਾਡੇ ਨਾਲ ਡਾਕਟਰ ਅਮਰਤ ਸਿੰਘ ਜੀ, ਲਾਸ ਐਂਜਲਸ USA ਤੋਂ। ਇਸੇ ਤਰ੍ਹਾਂ ਹੀ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਰੂਬਰੂ ਹੋਵਾਂਗੀ। ਤੁਸੀਂ ਰੱਖਿਓ ਆਪਣਾ ਖਿਆਲ। ਮੇਰੇ ਵੱਲੋਂ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਸਤਿ ਸ਼੍ਰੀ ਅਕਾਲ ਜੀ।